ਦੇ ਘਰ ਪਹੁੰਚੇ ਕੈਪਟਨ ਅਮਰਿੰਦਰ ਸਿੰਘ। ਪੰਜਾਬ ਸਰਕਾਰ ਨੇ ਇੱਕ ਦਿਨ ਦਾ ਸੂਬਾ ਪੱਧਰੀ ਸੋਗ ਦਾ ਕੀਤਾ ਐਲਾਨ। ਸ਼ਾਮ 5 ਵਜੇ ਸਰਕਾਰੀ ਸਨਮਾਨਾਂ ਦੇ ਨਾਲ ਦਿੱਤੀ ਜਾਵੇਗੀ ਫਲਾਈਂਗ ਸਿੱਖ ਨੂੰ ਆਖਰੀ ਵਿਦਾਈ। ਅਕਾਲੀ ਦਲ ਦਾ ਕੈਪਟਨ ਸਰਕਾਰ ਤੇ ਵੱਡਾ ਇਲਜ਼ਾਮ ਕਿਹਾ। ਸਰਕਾਰ ਬਚਾਉਣ ਦੇ ਲਈ ਸੀਐਮ ਕਰ ਰਹੇ ਨੇ ਵਿਧਾਇਕਾਂ ਦੀ ਖਰੀਦ। ਨੌਕਰੀਆਂ ਦੇ ਕੇ ਵਿਧਾਇਕ ਕੀਤੇ ਜਾ ਰਹੇ ਨੇ ਖੁਸ਼। ਪਟਿਆਲਾ ਪਹੁੰਚੀ ਨਵਜੋਤ ਕੌਰ ਸਿੱਧੂ ਦਾ ਵੱਡਾ ਬਿਆਨ। ਕਿਹਾ ਹਾਈ ਕਮਾਂਡ ਦੇ ਫੈਸਲੇ ਤੱਕ ਚੁੱਪ ਹੈ ਨਵਜੋਤ ਸਿੰਘ ਸਿੱਧੂ। ਕਿਸੇ ਨੂੰ ਡਰਨ ਦੀ ਜ਼ਰੂਰਤ ਨਹੀਂ, ਅਸੀਂ ਕਿਸੇ ਸੀਟ ਤੇ ਕਬਜ਼ਾ ਨਹੀਂ ਕਰਦੇ। ਸਕਾਲਰਸ਼ਿਪ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਹਮਲਾਵਰ। ਲੁਧਿਆਣਾ ਧਰਨੇ 'ਚ ਪਹੁੰਚੇ ਭਗਵੰਤ ਮਾਨ। ਕਿਹਾ ਦਲਿਤ ਵਿਦਿਆਰਥੀਆਂ ਨੂੰ ਇਨਸਾਫ ਦਿਵਾਏਗੀ ਆਮ ਆਦਮੀ ਪਾਰਟੀ। ਫਿਰੋਜ਼ਪੁਰ ਦੇ ਪਿੰਡ ਕਿੱਲੀਵਾਲੇ ਦੇ ਵਿੱਚ ਗੁਰੂ ਘਰ 'ਚ ਗ੍ਰੰਥੀ ਦੀ ਸ਼ਰਮਨਾਕ ਕਰਤੂਤ। ਗੁਰੂ ਘਰ ਦੇ ਵਿੱਚ ਹੀ ਮੰਦਬੁੱਧੀ ਔਰਤ ਦੇ ਨਾਲ ਬਣਾਏ ਸਰੀਰਕ ਸੰਬੰਧ। Milkha Singh establishes a new record timing of 46.1 seconds. ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਫਲਾਈਂਗ ਸਿੱਖ ਮਿਲਖਾ ਸਿੰਘ ਦਾ ਜ਼ਿਕਰ ਪੂਰੇ ਦੇਸ਼ ਦੇ ਵਿੱਚ ਹੋ ਰਿਹਾ ਹੈ। ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਥੋੜੀ ਦੇਰ ਦੇ ਵਿੱਚ ਉਹਨਾਂ ਦੇ ਘਰ ਤੋਂ, ਚੰਡੀਗੜ੍ਹ ਦੇ ਵਿੱਚ ਉਹਨਾਂ ਦਾ ਘਰ ਹੈ, ਉਹਨਾਂ ਦੇ ਘਰ ਤੋਂ ਉਹਨਾਂ ਦੀ ਅੰਤਿਮ ਯਾਤਰਾ ਦੀ ਸ਼ੁਰੂਆਤ ਹੋਵੇਗੀ, ਜੋ ਕਿ ਚੰਡੀਗੜ੍ਹ ਦੇ ਸੈਕਟਰ 25 ਦੇ ਵਿੱਚ ਸ਼ਮਸ਼ਾਨ ਘਾਟ ਉੱਥੇ ਤੱਕ ਪਹੁੰਚੇਗੀ, ਜਿੱਥੇ ਉਹਨਾਂ ਨੂੰ ਅੰਤਿਮ ਵਿਦਾਈ ਦਿੱਤੀ ਜਾਣੀ ਹੈ। ਤਾਂ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਨੇ। ਉਹਨਾਂ ਦੇ ਦੇਹਾਂਤ ਦੇ ਨਾਲ ਇੱਕ ਯੁੱਗ ਦਾ ਅੰਤ ਹੋ ਗਿਆ ਹੈ। ਮਿਲਖਾ ਸਿੰਘ ਦੇਸ਼ ਦੇ ਮਹਾਨ ਐਥਲੀਟ ਸਨ ਤੇ ਉਹ ਫਲਾਈਂਗ ਸਿੱਖ ਦੇ ਵਜੋਂ ਵੀ ਮਸ਼ਹੂਰ ਹੋਏ। ਉਹਨਾਂ ਦੇਸ਼ ਦੇ ਲਈ ਰੇਸ ਦੇ ਟਰੈਕ ਦੇ ਉੱਤੇ ਕਈ ਮੈਡਲ ਜਿੱਤੇ। ਉਹਨਾਂ ਦੀਆਂ ਇਹਨਾਂ ਪ੍ਰਾਪਤੀਆਂ ਦੇ ਬਦਲੇ ਭਾਰਤ ਸਰਕਾਰ ਦੇ ਵੱਲੋਂ ਉਹਨਾਂ ਨੂੰ ਪਦਮ ਸ਼੍ਰੀ ਅਵਾਰਡ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ। ਇਹ ਸਿੱਧੀਆਂ ਤਸਵੀਰਾਂ ਫਲਾਈਂਗ ਸਿੱਖ ਤੋਂ ਉਹਨਾਂ ਦੀ ਅੰਤਿਮ ਯਾਤਰਾ ਦੀ ਸ਼ੁਰੂਆਤ ਹੋ ਰਹੀ ਹੈ ਤੇ ਉਸ ਦੀਆਂ ਤਸਵੀਰਾਂ ਨਿਊਜ਼ 18 ਪੰਜਾਬ ਕੋਸ਼ਿਸ਼ ਕਰੇਗਾ ਕਿ ਤੁਹਾਡੇ ਤੱਕ ਅਸੀਂ ਹਰ ਇੱਕ ਤਸਵੀਰ ਪਹੁੰਚਾਈਏ। ਵੱਖ-ਵੱਖ ਥਾਵਾਂ ਦੇ ਉੱਤੇ ਸਾਡੇ ਸਹਿਯੋਗੀ ਮੌਜੂਦ ਨੇ, ਉਹਨਾਂ ਦੇ ਘਰ ਮੌਜੂਦ ਨੇ ਸਾਡੇ ਸਹਿਯੋਗੀ। ਉੱਥੋਂ ਹਰ ਇੱਕ ਅਪਡੇਟ ਅਸੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਸਾਡੀ ਇਹ ਕੋਸ਼ਿਸ਼ ਹੈ ਕਿਉਂਕਿ ਮਿਲਖਾ ਸਿੰਘ ਨੂੰ ਚਾਹੁਣ ਵਾਲੇ ਦੇਸ਼ ਭਰ ਦੇ ਵਿੱਚ ਨੇ। ਹਰ ਕੋਈ ਉਹਨਾਂ ਦਾ ਮੁਰੀਦ ਹੈ, ਚਾਹੇ ਉਹਨਾਂ ਦੇ ਖੇਡਣ ਦਾ ਅੰਦਾਜ਼ ਹੋਵੇ ਜਦੋਂ ਦੌੜਦੇ ਸਨ, ਜਾਂ ਫਿਰ ਉਹਨਾਂ ਦੀ ਬੋਲਬਾਣੀ ਦਾ ਅੰਦਾਜ਼ ਹੋਵੇ, ਜਿਸ ਤਰੀਕੇ ਨਾਲ ਉਹਨਾਂ ਨੇ ਲੋਕਾਂ ਦੇ ਨਾਲ ਆਪਣੇ ਸੰਬੰਧਾਂ ਨੂੰ ਕਾਇਮ ਕੀਤਾ, ਆਪਣੇ ਪਰਿਵਾਰਕ ਰਿਸ਼ਤਿਆਂ ਨੂੰ ਕਾਇਮ ਕੀਤਾ, ਜਾਂ ਜਿਸ ਤਰੀਕੇ ਨਾਲ ਲੋਕਾਂ ਦੇ ਨਾਲ ਦਰਪੇਸ਼ ਆਏ। ਹਰ ਛੋਟੇ ਵੱਡੇ ਦਾ ਵੈਲਕਮ ਆਪਣੇ ਘਰ ਦੇ ਵਿੱਚ ਕੀਤਾ। ਅਸੀਂ ਥੋੜੀ ਦੇਰ ਪਹਿਲਾਂ ਤੁਹਾਨੂੰ ਉਹ ਵੀ ਦਿਖਾਇਆ ਕਿ ਕਿਵੇਂ ਕੁਝ ਲੋਕ ਲਗਾਤਾਰ ਉਹਨਾਂ ਦੇ ਨਾਲ ਰੈਗੂਲਰ ਮਿਲਣ ਆਉਂਦੇ ਸੀ। ਫਲਾਈਂਗ ਸਿੱਖ ਮਿਲਖਾ ਸਿੰਘ ਨੂੰ ਅੰਤਿਮ ਵਿਦਾਈ ਦਿੱਤੀ ਜਾ ਰਹੀ ਹੈ। ਉਹਨਾਂ ਦੀ ਜਿਹੜੀ ਆਖਰੀ ਰੇਸ, ਉਸ ਦਾ ਆਗਾਜ਼ ਉਹਨਾਂ ਦੇ ਘਰ ਤੋਂ ਹੋ ਚੁੱਕਿਆ ਹੈ। ਸੈਕਟਰ 25 ਦੀ ਕ੍ਰੀਮੇਸ਼ਨ ਗਰਾਊਂਡ ਤੱਕ ਇਹ ਪੂਰਾ ਕਾਫਲਾ ਪਹੁੰਚੇਗਾ, ਜਿੱਥੇ ਉਹਨਾਂ ਨੂੰ ਅੰਤਿਮ ਵਿਦਾਈ ਦਿੱਤੀ ਜਾਣੀ ਹੈ। ਹਾਲਾਂਕਿ ਕੋਵਿਡ ਪ੍ਰੋਟੋਕਾਲ ਦਾ ਜ਼ਰੂਰ ਧਿਆਨ ਰੱਖਿਆ ਜਾਵੇਗਾ, ਕਿਉਂਕਿ ਕਰੋਨਾ ਦੀ ਵਜ੍ਹਾ ਦੇ ਨਾਲ ਉਹਨਾਂ ਦਾ ਦੇਹਾਂਤ ਹੋਇਆ। ਹਾਲਾਂਕਿ ਇਹ ਵੀ ਇੱਕ ਤੁਹਾਨੂੰ ਦੱਸ ਦਈਏ ਫੈਕਟ ਕਿ ਉਹਨਾਂ ਦੀ ਜਿਹੜੀ ਕਰੋਨਾ ਦੀ ਰਿਪੋਰਟ ਆਈ ਸੀ ਉਹ ਨੈਗੇਟਿਵ ਆ ਚੁੱਕੀ ਸੀ, ਪਰ ਉਹ ਇਫੈਕਟ ਇੰਨਾ ਸਰੀਰ ਦੇ ਉੱਤੇ ਕਰ ਗਈ ਕਰੋਨਾ ਦੀ ਬਿਮਾਰੀ ਕਿ ਜਿਸ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ ਕਿ ਉਹ ਰਿਕਵਰ ਨਹੀਂ ਕਰ ਪਾਏ। ਕੁਝ ਦਿਨ ਪਹਿਲਾਂ ਹੀ ਉਹਨਾਂ ਦੀ ਪਤਨੀ ਨਿਰਮਲ ਮਿਲਖਾ ਸਿੰਘ, ਉਹਨਾਂ ਦਾ ਦੇਹਾਂਤ ਹੋਇਆ ਸੀ ਤੇ ਸ਼ੁੱਕਰਵਾਰ ਦੇ ਦਿਨ ਰਾਤ 11:30 ਵਜੇ ਉਹਨਾਂ ਨੇ ਆਖਰੀ ਸਾਹ ਲਏ। ਚੰਡੀਗੜ੍ਹ ਪੀਜੀ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਸੀ। ਅਸੀਂ ਤੁਹਾਨੂੰ ਨਾਲ ਨਾਲ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਉੱਥੇ ਕੀ ਮਾਹੌਲ ਹੈ ਇਸ ਸਮੇਂ। ਪਰਿਵਾਰ ਦੇ ਮੈਂਬਰ ਇਸ ਸਮੇਂ ਨਾਲ ਮੌਜੂਦ ਹੈਗੇ ਨੇ। ਉਹਨਾਂ ਦਾ ਬੇਟਾ ਜੀਵ ਮਿਲਖਾ ਸਿੰਘ, ਉਹਨਾਂ ਦੀਆਂ 3 ਬੇਟੀਆਂ। ਤਾਂ ਮਿਲਖਾ ਸਿੰਘ ਨੂੰ ਅੱਜ ਯਾਦ ਕੀਤਾ ਜਾ ਰਿਹਾ ਹੈ, ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਲੈ ਕੇ ਚੱਲਦੇ ਹਾਂ ਤੁਹਾਨੂੰ ਮਿਲਖਾ ਸਿੰਘ ਦੇ ਘਰ, ਜਿੱਥੇ ਇਸ ਸਮੇਂ ਇਹ ਪੂਰੀ ਉਹਨਾਂ ਦੀ ਅੰਤਿਮ ਯਾਤਰਾ ਸ਼ੁਰੂ ਹੋ ਰਹੀ ਹੈ। ਥੋੜੀ ਦੇਰ ਦੇ ਵਿੱਚ 25 ਸੈਕਟਰ ਪਹੁੰਚੇਗੀ। ਉੱਥੇ ਦੀਆਂ ਤਸਵੀਰਾਂ ਵੀ ਨਿਊਜ਼ 18 ਪੰਜਾਬ ਤੁਹਾਨੂੰ ਦਿਖਾਏਗਾ। ਰੁਕ ਕਰਦੇ ਹਾਂ ਪਹਿਲਾਂ ਮਿਲਖਾ ਸਿੰਘ ਹੋਰਾਂ ਦੇ ਘਰ ਦਾ। ਸਾਡੇ ਸਹਿਯੋਗੀ ਸਾਡੇ ਨਾਲ ਨੇ ਉਮੇਸ਼, ਕੀ ਕੁਝ ਇਸ ਸਮੇਂ ਉੱਥੇ ਤੁਸੀਂ ਦੇਖ ਪਾ ਰਹੇ ਹੋ? ਕਿਉਂਕਿ ਲਾਸਟ ਰਾਈਡ ਦਾ ਜ਼ਿਕਰ ਹੋ ਰਿਹਾ ਹੈ। ਉਹ ਪਲ ਨੇ ਜਦੋਂ ਹਰ ਕੋਈ ਦਰਸ਼ਨ ਕਰਨਾ ਚਾਹੁੰਦਾ ਹੋਏਗਾ ਇਸ ਮਹਾਨ ਸ਼ਖਸੀਅਤ ਦੇ, ਜਿਨ੍ਹਾਂ ਨੇ ਦੇਸ਼ ਦੇ ਲਈ ਬਹੁਤ ਮਿਹਨਤ ਕੀਤੀ ਤੇ ਬਹੁਤ ਨਾਮ ਖੁਦ ਦਾ ਵੀ ਕਮਾਇਆ ਤੇ ਦੇਸ਼ ਦਾ ਨਾਮ ਰੌਸ਼ਨ ਵੀ ਕੀਤਾ। ਉਮੇਸ਼ कर सकें।
और यही एक सच्ची श्रद्धांजलि इस एथलीट के लिए होगी। और सभी देखिए, जीव और परिवार के सभी सदस्य यहाँ पर बड़े ही भावुक। और ये सीन देखिए, मिल्खा सिंह जी अब अपने अंतिम सफ़र पर, एक महान खिलाड़ी, महान एथलीट जिसने पूरी ज़िंदगी एक अपने जज्बे, अपने जोश व खरोश के साथ, जज्बे के साथ जी। एक सेकेंड, तो आप तस्वीरों के जरिए देख सकते हैं उनके उनके अंतिम, आप उनके देखिए दर्शन कीजिए। और न्यूज़ 18 पर आप देखिए, ये एक दर्शन करिए उनके तस्वीरें, आप काफ़ी कुछ अपने आप में बयान कर रही हैं। शांत एक उनको अंतिम सफ़र पर फ्लाइंग सिख मिल्खा सिंह जी ने उपाधि दी गई। और आप तस्वीरें देख रहे हैं न्यूज़ 18 के कैमरे पर, किस तरह शांत एक जो ज़िंदगी का सफ़र था वो अब शांत हो गया। एक पड़ाव जो है वो फ्लाइंग सिख मिल्खा सिंह का वो हो गया है। और अब 25 सेक्टर जो है वो शव वाहन जो है 25 सेक्टर वाहन जो है वो निकल पड़ा अंतिम यात्रा पर। तो हमने आपको हर तस्वीर से रूबरू कराया और एक महान एथलीट मिल्खा सिंह जी अब अंतिम सफ़र पर निकल पड़े हैं। वीडियो जर्नलिस्ट लालता प्रसाद के साथ उमेश शर्मा, न्यूज़ 18 चंडीगढ़। बिल्कुल, ये तस्वीरां ਅਸੀਂ ਤੁਹਾਡੇ ਤੱਕ ਪਹੁੰਚਾਉਣ ਦੀਆਂ ਕੋਸ਼ਿਸ਼ ਕਰ ਰਹੇ ਹਾਂ। ਇਹ ਤਸਵੀਰਾਂ ਮਿਲਖਾ ਸਿੰਘ ਉਹਨਾਂ ਦੇ ਘਰ ਦੀਆਂ, ਉਹਨਾਂ ਦੀ ਆਖਰੀ ਰਾਈਡ ਸ਼ੁਰੂ ਹੋ ਚੁੱਕੀ ਹੈ। ਅਸੀਂ ਕੋਸ਼ਿਸ਼ ਕਰਾਂਗੇ, ਵੱਖ-ਵੱਖ ਥਾਵਾਂ ਤੇ ਸਾਡੇ ਸਹਿਯੋਗੀ ਨੇ, ਰੋਹਿਤ ਬੰਸਲ ਵੀ ਤੁਹਾਨੂੰ ਤਸਵੀਰਾਂ 'ਚ ਨਜ਼ਰ ਆ ਰਹੇ ਹੋਣਗੇ। ਅਸੀਂ ਕੋਸ਼ਿਸ਼ ਕਰਾਂਗੇ ਕਿ ਰੋਹਿਤ ਦੇ ਨਾਲ ਵੀ ਅਸੀਂ ਗੱਲਬਾਤ ਕਰ ਸਕੀਏ। ਉਮੇਸ਼ ਵੀ ਸਾਡੇ ਸਹਿਯੋਗੀ ਨੇ। ਸੈਕਟਰ 25 ਦੇ ਵਿੱਚ ਸਾਡੇ ਸਹਿਯੋਗੀ ਮਨੋਜ ਰਾਠੀ ਅਤੇ ਮਨੋਜ ਕੁਮਾਰ, ਉਹ ਦੋਵੇਂ ਉੱਥੋਂ ਪੂਰੀ ਕਵਰੇਜ ਤੁਹਾਡੇ ਤੱਕ ਪਹੁੰਚਾਉਣਗੇ। ਹਰ ਤਸਵੀਰ ਤੁਹਾਡੇ ਤੱਕ ਪਹੁੰਚਾਉਣ ਦੀ ਸਾਡੀ ਕੋਸ਼ਿਸ਼ ਹੈ। ਇਹ ਉਹ ਸ਼ਖਸੀਅਤ ਹੈ ਜਿਸਨੇ ਦੇਸ਼ ਦੇ ਲਈ ਖੂਬ ਮਿਹਨਤ ਕੀਤੀ, ਦੇਸ਼ ਦਾ ਨਾਮ ਰੌਸ਼ਨ ਕੀਤਾ, ਏਸ਼ੀਅਨ ਗੇਮਸ ਦੇ ਵਿੱਚ ਮੈਡਲ ਜਿੱਤੇ। ਖਾਸ ਇਹ ਵੀ ਹੈ ਕਿ ਜਦੋਂ ਅਸੀਂ ਗੱਲ ਕਰਦੇ ਹਾਂ ਕਿ 올림픽ਸ ਦੇ ਵਿੱਚ ਮੈਡਲ ਜਿੱਤਦਾ ਕੋਈ, ਜਾਂ ਏਸ਼ੀਅਨ ਗੇਮਸ ਦੇ ਵਿੱਚ ਜਿੱਤਦਾ ਹੈ, ਜਾਂ ਫਿਰ ਕਾਮਨਵੈਲਥ ਦੇ ਵਿੱਚ ਜਿੱਤਦਾ, ਕਾਮਨਵੈਲਥ ਗੇਮਸ ਦੇ ਵਿੱਚ ਮੈਡਲ ਹਾਸਲ ਕਰਦਾ ਹੈ, ਤਾਂ ਲਾਜ਼ਮੀ ਤੌਰ ਤੇ ਇੱਕ ਵੱਡੀ ਪ੍ਰਾਪਤੀ ਹੈ। ਪਰ ਜ਼ਰਾ ਸੋਚ ਕੇ ਦੇਖੋ ਕਿ ਜਦੋਂ 1947 ਦੇ ਵਿੱਚ ਵੰਡ ਹੋਈ ਤਾਂ ਉਸ ਤੋਂ ਬਾਅਦ ਕੀ ਮਾਹੌਲ ਸੀ ਪੂਰੇ ਦੇਸ਼ ਦੇ ਵਿੱਚ। ਇੱਕ ਤਾਂ ਵੰਡ ਦਾ ਦਰਦ ਸੀ ਤੇ ਸਭ ਦੇ ਵਿਚਾਲੇ ਜਿਸ ਤਰੀਕੇ ਦਾ ਮਾਹੌਲ ਕ੍ਰੀਏਟ ਹੋਇਆ, ਬਹੁਤ ਹਜ਼ਾਰਾਂ ਲੱਖਾਂ ਲੋਕਾਂ ਨੂੰ ਆਪਣੇ ਘਰ-ਬਾਰ ਛੱਡ ਕੇ ਜਾਣਾ ਪਿਆ। ਤੇ ਇਸ ਵਿਚਾਲੇ ਮਿਲਖਾ ਸਿੰਘ ਜਿਸ ਤਰੀਕੇ ਨਾਲ ਦੌੜੇ, ਏਸ਼ੀਅਨ ਗੇਮਸ ਦੇ ਵਿੱਚ, ਕਾਮਨਵੈਲਥ ਗੇਮਸ ਦੇ ਵਿੱਚ ਮੈਡਲ ਲਿਆ ਕੇ ਦੇਸ਼ ਨੂੰ ਦਿੱਤੇ, ਤਾਂ ਇੱਕ ਖੁਸ਼ੀ ਦਾ ਮੌਕਾ ਜ਼ਰੂਰ ਆਉਂਦਾ ਹੈ। ਬੇਸ਼ੱਕ ਆਜ਼ਾਦੀ ਦਾ ਦਿਹਾੜਾ ਬਹੁਤ ਖੁਸ਼ੀ ਵਾਲਾ ਸੀ, ਪਰ ਉਸ ਤੋਂ ਬਾਅਦ ਜਿਸ ਤਰੀਕੇ ਦੇ ਦੌਰ ਦੇ ਵਿੱਚੋਂ ਦੇਸ਼ ਲੰਘ ਰਿਹਾ ਸੀ, ਤਾਂ ਉਸ ਵੇਲੇ ਇਹ ਜ਼ਰੂਰੀ ਸੀ ਕਿ ਕਿਸ ਤਰੀਕੇ ਨਾਲ ਬੂਸਟ ਹੋਵੇ ਪੂਰਾ ਕੰਟਰੀ, ਕਿਸ ਤਰੀਕੇ ਨਾਲ ਲੋਕ ਖੇਡਾਂ ਦੇ ਪ੍ਰਤੀ ਜਾਗਰੂਕ ਹੋਣ, ਕਿਸ ਤਰੀਕੇ ਨਾਲ ਦੇਸ਼ ਦਾ ਨਾਮ ਕੌਮਾਂਤਰੀ ਪੱਧਰ ਦੇ ਉੱਤੇ ਹੋਵੇ। ਤਾਂ ਹਾਕੀ ਦੇ ਵਿੱਚ ਪੂਰਾ ਦੇਸ਼ ਪਹਿਲਾਂ ਹੀ ਪੂਰੀ ਦੁਨੀਆ ਦਾ ਸਰਤਾਜ ਕਿਹਾ ਜਾਂਦਾ ਸੀ। ਅਸੀਂ ਜਾਣਦੇ ਹਾਂ ਮੇਜਰ ਧਿਆਨ ਚੰਦ ਦਾ ਨਾਮ, ਜਿਨ੍ਹਾਂ ਨੇ ਬਹੁਤ ਨਾਮ ਕਮਾਇਆ ਹਾਕੀ ਦੀ ਫੀਲਡ ਦੇ ਵਿੱਚ। ਪਰ ਇਸ ਦੇ ਨਾਲ ਨਾਲ ਇੱਕ ਸਿਤਾਰਾ ਅਜਿਹਾ ਉੱਭਰਿਆ ਜਿਸ ਨੇ ਖੂਬ ਨਾਮ ਆਪਣਾ ਵੀ ਕਮਾਇਆ ਤੇ ਪੂਰੇ ਦੇਸ਼ ਦੇ ਵਿੱਚ ਵੀ ਜਿਨ੍ਹਾਂ ਦਾ ਖੂਬ ਨਾਮ ਹੋਇਆ। ਤਾਂ ਉਹਨਾਂ ਦੇ ਘਰ ਤੋਂ ਉਹਨਾਂ ਦੀ ਅੰਤਿਮ ਯਾਤਰਾ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਲਾਈਵ ਤਸਵੀਰਾਂ ਨੇ ਅੰਤਿਮ ਸਫ਼ਰ ਦੀਆਂ ਤੁਹਾਡੇ ਤੱਕ ਪਹੁੰਚਾਈਏ। ਜ਼ਰੂਰੀ ਹੈ ਕਿਉਂਕਿ ਇਹ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਜ਼ਰੂਰੀ ਹੈ। ਬੇਸ਼ੱਕ ਜਿਹੜੀ ਅੱਜ ਦੀ ਪੀੜ੍ਹੀ ਹੈ ਉਹ ਮਿਲਖਾ ਸਿੰਘ ਦੇ ਉੱਤੇ ਬਣੀ ਮੂਵੀ ਦੇ ਨਾਲ ਉਹਨਾਂ ਨੂੰ ਜ਼ਿਆਦਾ ਜਾਣਦੀ ਹੋਵੇ, ਜਾਂ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਹੋਵੇ ਕਿ ਕਿੰਨੀ ਵੱਡੀ ਸ਼ਖਸੀਅਤ ਸਾਡੇ ਵਿਚਾਲੇ ਹੈ। ਪਰ ਇਹ ਜ਼ਰੂਰੀ ਹੈ ਕਿ ਇਹ ਤਸਵੀਰਾਂ ਦੇ ਜ਼ਰੀਏ ਵੀ ਅਸੀਂ ਤੁਹਾਡੇ ਤੱਕ ਪਹੁੰਚਾਈਏ ਕਿ ਅੱਜ ਕਿਸ ਤਰੀਕੇ ਨਾਲ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਯਾਦ ਕੀਤਾ, ਨਮਨ ਕੀਤਾ। ਦੇਸ਼ ਦੇ ਰਾਸ਼ਟਰਪਤੀ ਨੇ ਉਹਨਾਂ ਨੂੰ ਨਮਨ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਮਨ ਕਰਨ ਦੇ ਲਈ ਉਹਨਾਂ ਦੇ ਘਰ ਪਹੁੰਚੇ, ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਪਰਿਵਾਰਕ ਮੈਂਬਰਾਂ ਦੇ ਨਾਲ ਦੁੱਖ ਦਾ ਪ੍ਰਗਟਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ। ਤੇ ਨਿਊਜ਼ 18 ਦੀ ਵੀ ਜ਼ਿੰਮੇਵਾਰੀ ਹੈ ਕਿ ਅਸੀਂ ਹਰ ਇੱਕ ਤਸਵੀਰ ਤੁਹਾਡੇ ਤੱਕ ਪਹੁੰਚਾਈਏ। ਤਾਂ ਲਾਸਟ ਰਾਈਡ ਦੀਆਂ ਇਹ ਤਸਵੀਰਾਂ, ਉੱਥੋਂ ਕਾਫਲਾ ਰਵਾਨਾ ਹੋਇਆ, ਉਹਨਾਂ ਦੀ ਅੰਤਿਮ ਯਾਤਰਾ ਦੀਆਂ ਇਹ ਤਸਵੀਰਾਂ। ਅਸੀਂ ਕੋਸ਼ਿਸ਼ ਕਰਾਂਗੇ ਕਿ ਤਸਵੀਰਾਂ ਇਸ ਤਰੀਕੇ ਨਾਲ ਹੀ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ। ਸੈਕਟਰ 25 ਦੇ ਗਰਾਊਂਡ ਤੋਂ ਵੀ, ਜਿਹੜਾ ਕ੍ਰਿਮੇਸ਼ਨ ਗਰਾਊਂਡ ਹੈ, ਉੱਥੇ ਵੀ ਇਸ ਸਮੇਂ ਕਿਹੋ ਜਿਹੀਆਂ ਤਿਆਰੀਆਂ ਨੇ, ਉੱਥੇ ਕੌਣ-ਕੌਣ ਪਹੁੰਚ ਰਿਹਾ ਹੈ। ਕਿਰਨ ਰਿਜੀਜੂ ਵੀ ਪਹੁੰਚਣਗੇ, ਇਹ ਵੀ ਸਾਡੇ ਕੋਲ ਜਾਣਕਾਰੀ ਹੈ। ਤਾਂ ਉੱਥੇ ਕੀ ਕੁਝ ਇਸ ਸਮੇਂ ਹਲਚਲ ਹੈ, ਕੀ ਕੁਝ ਕੌਣ-ਕੌਣ ਉੱਥੇ ਪਹੁੰਚਿਆ ਹੋਇਆ, ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਸਹਿਯੋਗੀ ਮਨੋਜ ਰਾਠੀ ਤੇ ਮਨੋਜ ਕੁਮਾਰ 25 ਸੈਕਟਰ ਦੇ ਕ੍ਰਿਮੇਸ਼ਨ ਗਰਾਊਂਡ ਦੇ ਵਿੱਚ ਇਸ ਸਮੇਂ ਮੌਜੂਦ ਨੇ। ਉੱਥੇ ਦੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ। ਉੱਥੇ ਵੀ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਹੋਏ ਨੇ, ਪਹਿਲਾਂ ਤੋਂ ਹੀ ਇੰਤਜ਼ਾਮ ਜਿਹੜੇ ਮੁਕੰਮਲ ਕੀਤੇ ਜਾ ਰਹੇ ਨੇ। ਤੇ ਲਾਸਟ ਰਾਈਡ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ। ਤੇ ਸਾਡੇ ਸਹਿਯੋਗੀ ਰੋਹਿਤ ਬੰਸਲ ਵੀ ਸਾਡੇ ਨਾਲ ਜੁੜ ਰਹੇ ਨੇ। ਰੋਹਿਤ, ਇੱਕ ਵੱਡੀ ਸ਼ਖਸੀਅਤ ਜਾ ਰਹੀ ਹੈ ਇਸ ਦੁਨੀਆ ਤੋਂ, ਅੰਤਿਮ ਯਾਤਰਾ, ਉਹਨਾਂ ਦੀ ਆਖਰੀ ਵਿਦਾਈ ਉਹਨਾਂ ਨੂੰ ਦਿੱਤੀ ਜਾ ਰਹੀ ਹੈ।
ਕਿੰਨੀ ਦੇਰ ਲੱਗੇਗੀ ਸੈਕਟਰ 25 ਤੱਕ ਪਹੁੰਚਣ ਦੇ ਵਿੱਚ, ਤੇ ਨਾਲ ਇਹ ਵੀ ਜਾਣਨਾ ਚਾਹੁੰਦੇ ਹਾਂ ਕਿ ਇਸ ਪੂਰੀ ਆਖਰੀ ਰਾਈਡ ਦੇ ਵਿੱਚ, ਲਾਸਟ ਰਾਈਡ ਦੇ ਵਿੱਚ ਕੌਣ-ਕੌਣ ਉੱਥੇ ਕਿਹੜੀ-ਕਿਹੜੀ ਸ਼ਖਸੀਅਤ ਪਹੁੰਚੀ ਹੋਈ ਹੈ, ਕੀ ਕੁਝ ਤੁਸੀਂ ਦੇਖ ਪਾ ਰਹੇ ਹੋ? ਜੀ ਬਿਲਕੁਲ ਗੌਰਵ, ਇਸ ਵਕਤ ਜਿਹੜਾ ਦੌੜਾਕ ਹੈ ਉਹ ਆਪਣੀ ਜ਼ਿੰਦਗੀ ਦੀ ਰੇਸ ਨੂੰ ਪੂਰੀ ਕਰਕੇ ਅੱਗੇ ਵਧ ਰਿਹਾ, ਔਰ ਇਸ ਵਕਤ ਜਿਹੜੀ ਕ੍ਰੀਮੇਸ਼ਨ ਦੇ ਲਈ ਜਿਹੜੀ ਮਿਲਖਾ ਸਿੰਘ ਦੀ ਅੰਤਿਮ ਅਰਦਾਸ ਦੇ ਲਈ, ਅੰਤਿਮ ਯਾਤਰਾ ਦੇ ਲਈ ਜਿਹੜੀ ਉਹਨਾਂ ਦੀ ਵੈਨ ਆ ਉਹ ਨਿਕਲ ਚੁੱਕੀ ਹੈ। ਸੈਕਟਰ 8 ਜਿਹੜਾ ਉਹਨਾਂ ਦਾ ਨਿੱਜੀ ਨਿਵਾਸ ਹੈ, ਔਰ ਇਸ ਤੋਂ ਬਾਅਦ ਸੈਕਟਰ 25 ਪਹੁੰਚਿਆ ਜਾਏਗਾ। ਸੋ ਸਾਫ਼ ਤੌਰ ਤੇ ਤਸਵੀਰਾਂ ਤੁਹਾਨੂੰ ਨਿਊਜ਼ 18 ਪੰਜਾਬ ਦੇ ਜ਼ਰੀਏ ਦਿਖਾ ਰਹੇ ਹਾਂ ਕਿ ਇੱਕ ਮਹਾਨ ਪਲੇਅਰ ਜਿਸ ਨੂੰ ਦੁਨੀਆ ਦੇ ਵਿੱਚੋਂ ਅੱਜ ਰੁਖਸਤ ਹੋ ਰਿਹਾ, ਪਰ ਕਹਿੰਦੇ ਆ ਕਿ ਜੋ ਸ਼ਖਸੀਅਤਾਂ ਇਹੋ ਜਿਹੀਆਂ ਹੁੰਦੀਆਂ ਉਹ ਕਦੇ ਖਤਮ ਨਹੀਂ ਹੁੰਦੀਆਂ, ਬਲਕਿ ਹਮੇਸ਼ਾ ਲਈ ਜ਼ਿੰਦਾ ਰਹਿੰਦੀਆਂ ਸਾਡੇ ਦਿਲਾਂ ਦੇ ਵਿੱਚ। ਜਿਹੜੇ ਉਹਨਾਂ ਨੇ ਇੰਡੀਆ ਦੇ ਲਈ, ਜਿਹੜੇ ਉਹਨਾਂ ਨੇ ਵਾਰ-ਵਾਰ ਇੰਡੀਆ ਨੂੰ ਉੱਪਰ ਚੁੱਕਣ ਦਾ ਕੰਮ ਕੀਤਾ, ਵਾਰ-ਵਾਰ ਇੰਡੀਆ ਦੇ ਝੰਡੇ ਨੂੰ ਉੱਪਰ ਲਹਿਰਾਉਣ ਦਾ ਕੰਮ ਕੀਤਾ, ਸੋ ਉਹ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ, ਹਮੇਸ਼ਾ ਲੋਕਾਂ ਦੇ ਵਿੱਚ ਜ਼ਿੰਦਾ ਰਹਿਣਗੇ। ਔਰ ਅਕਸਰ ਜਿਹੜੇ ਚੰਡੀਗੜ੍ਹ ਦੇ ਲੋਕ ਨੇ, ਅਕਸਰ ਚੰਡੀਗੜ੍ਹ ਦੇ ਲੋਕ ਕਹਿੰਦੇ ਹੁੰਦੇ ਸੀ ਕਿ ਜਦੋਂ ਉਹ ਸਵੇਰੇ ਸੈਰ ਦੇ ਲਈ ਜਾਂਦੇ ਸੀਗੇ, ਚਾਹੇ ਉਹ ਸੁਖਨਾ ਲੇਕ ਤੇ ਜਾਂਦੇ ਸੀ ਜਾਂ ਅਕਸਰ ਜਦੋਂ ਮਿਲਦੇ ਸੀ, ਤਾਂ ਹਮੇਸ਼ਾ ਉਹਨਾਂ ਦੀ ਜੇਕਰ ਤੁਸੀਂ ਲਾਈਫ ਨੂੰ ਦੇਖੋਗੇ ਕਿ 1947 ਦੇ ਜਦੋਂ ਦੰਗੇ ਹੁੰਦੇ, ਉਹਨਾਂ ਦੰਗਿਆਂ ਦੇ ਵਿੱਚ ਇੱਕ ਪਰਿਵਾਰ ਤੋਂ ਵਿਛੜ ਕੇ, ਜਿਸ ਦਾ ਜ਼ਿਕਰ ਗੌਰਵ ਤੁਸੀਂ ਪਹਿਲਾਂ ਕਰ ਰਹੇ ਸੀ ਕਿ ਜਿਹੜੇ ਬਹੁਤ ਸਾਰੇ ਲੋਕਾਂ ਨੇ ਬਾਗ ਮਿਲਖਾ ਬਾਗ ਫਿਲਮ ਦੇ ਜ਼ਰੀਏ ਉਹਨਾਂ ਦੀ ਜ਼ਿੰਦਗੀ ਨੂੰ ਦੇਖਿਆ ਹੋਊਗਾ, ਪਰ ਇੱਕ ਫਿਲਮ ਦੇ ਵਿੱਚ ਉਸ ਤਰੀਕੇ ਨਾਲ ਬਿਆਨ ਕਰਨਾ ਬੇहद ਮੁਸ਼ਕਲ ਹੁੰਦਾ ਹੈ ਜਿਹੜੀ ਜ਼ਿੰਦਗੀ ਨੂੰ ਉਹਨਾਂ ਨੇ ਜਿਉਇਆ ਹੈਗਾ। ਕਿਉਂਕਿ ਅਕਸਰ ਲੋਕ ਕਹਿੰਦੇ ਕਿ ਜੀ ਅਸੀਂ ਗਰੀਬੀ ਕਰਕੇ ਨਹੀਂ ਕਰ ਪਏ, ਸਾਨੂੰ ਆਹ ਚੀਜ਼ ਦਾ ਘਾਟਾ ਪੈ ਗਿਆ, ਉਸ ਕਰਕੇ ਨਹੀਂ ਕਰ ਪਏ, ਪਰ ਉਹਨਾਂ ਨੂੰ ਇੱਕ ਮਿਲਖਾ ਸਿੰਘ ਦੀ ਜ਼ਿੰਦਗੀ ਤੋਂ ਅੱਜ ਸੇਧ ਲੈਣ ਦੀ ਜ਼ਰੂਰਤ ਹੈ, ਕਿਉਂਕਿ ਮਿਲਖਾ ਸਿੰਘ ਜਿਹੜੇ ਬੇहद ਆਮ ਘਰਾਂ ਚੋਂ ਨਿਕਲੇ ਹੋਏ ਸੀਗੇ। ਉਮੇਸ਼ ਵੀ ਇਸ ਵਕਤ ਮੇਰੇ ਨਾਲ ਨੇ। ਉਮੇਸ਼, ਤੁਸੀਂ ਲੰਮਾ ਸਮਾਂ ਮਿਲਖਾ ਸਿੰਘ ਦੇ ਨਾਲ ਤੁਸੀਂ ਵਿਚਾਰਿਆ ਹੈਗਾ, ਲੰਮਾ ਸਮਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਰਹੇ ਹੋ, ਸਪੋਰਟਸ ਨੂੰ ਕਵਰ ਕਰਦੇ ਰਹੇ ਹੋ, ਕਿਹੋ ਜਿਹੀ ਸ਼ਖਸੀਅਤ ਤੁਹਾਨੂੰ ਲੱਗਦੀ ਸੀਗੀ ਜੇਕਰ ਗੱਲ ਕਰੀਏ? ਸ਼ਖਸੀਅਤ ਜੇ ਮੈਂ ਗੱਲ ਕਰਾਂ ਕਿ ਪਿਛਲੇ 10 15 16 ਸਾਲ ਤੋਂ ਇੱਕ ਇਹੋ ਜਿਹੀ ਸ਼ਖਸੀਅਤ ਸੀਗੀ ਕਿ ਆਪਣੇ ਆਪ ਵਿੱਚੋਂ ਕਹਾਣੀ ਸੀਗੇ, ਉਹਨਾਂ ਕੋਲ ਹਰ ਕੁਝ ਉਹ ਪਹਿਲੂ ਸੀਗਾ ਜ਼ਿੰਦਗੀ ਦਾ, ਹਰ ਉਹ ਕਹਾਣੀ ਦਾ ਇੱਕ ਕਹਿੰਦੇ ਹੋ ਕਿ ਸਾਰ ਸੀਗਾ ਕਿ ਜਿਹਦੇ ਵਿੱਚ ਇੱਕ ਸਪੋਰਟਸ ਪਰਸਨ ਸੋ ਸਾਫ਼ ਤੌਰ ਤੇ ਜਿਸ ਚੀਜ਼ ਦਾ ਜ਼ਿਕਰ ਉਮੇਸ਼ ਕਰ ਰਹੇ ਸੀ ਕਿ ਹਰ ਚੀਜ਼ ਦਾ ਉਹਨਾਂ ਕੋਲੇ ਸਾਰ ਸੀ, ਹਰ ਚੀਜ਼ ਦੀ ਉਹਨਾਂ ਕੋਲੇ ਜਾਂਚ ਸੀ, ਕਿਉਂਕਿ ਇੱਕ ਤਜਰਬੇਕਾਰ ਪਲੇਅਰ ਹੋਣ ਦੇ ਨਾਲ ਇੱਕ ਤਜਰਬੇਕਾਰ ਵਿਅਕਤੀ ਵੀ ਸੀ। 1947 ਦੇ ਵਿੱਚ ਦੇਸ਼ ਦੀ ਵੰਡ ਹੁੰਦੀ ਹੈ, ਵੰਡ ਦੇ ਸਮੇਂ ਟ੍ਰੇਨ ਦੇ ਵਿੱਚ ਬੈਠ ਕੇ ਆਉਂਦੇ ਆ, ਕਿਸ ਤਰ੍ਹਾਂ ਫਿਲਮ ਦੇ ਵਿੱਚ ਵੀ ਇਸ ਚੀਜ਼ ਦਾ ਜ਼ਿਕਰ ਆਉਂਦਾ ਹੈ ਕਿ ਜਿਹੜੀਆਂ ਉਹਨਾਂ ਦੇ ਕੋਲੇ ਟਿਕਟ ਦੇ ਲਈ ਵੀ ਪੈਸੇ ਨਹੀਂ ਸੀ, ਬਿਨਾਂ ਟਿਕਟ ਤੋਂ ਕਿਸ ਤਰ੍ਹਾਂ ਟ੍ਰੇਨ ਦੇ ਵਿੱਚ ਸਫ਼ਰ ਕਰਨਾ, ਜ਼ਿੰਦਗੀ ਨੂੰ ਉਸ ਤਰੀਕੇ ਤੋਂ ਕੱਢਣਾ ਕਿ ਜਦੋਂ ਬੇहद ਮੁਸ਼ਕਿਲ ਦੌਰ ਦੇ ਵਿੱਚ ਦੇਸ਼ ਔਰ ਉਹਨਾਂ ਦਾ ਪਰਿਵਾਰ ਲੰਘ ਰਿਹਾ ਸੀਗਾ, ਆਪਣੇ ਪਰਿਵਾਰ ਦਾ ਸਾਹਮਣੇ ਕਤਲ ਹੁੰਦਾ ਦੇਖਣਾ, ਮਾਂ ਪਿਓ ਦਾ ਸਾਹਮਣੇ ਕਤਲ ਹੁੰਦਾ ਦੇਖਣਾ, ਔਰ ਉਸ ਤੋਂ ਬਾਅਦ ਇਸ ਲੈਵਲ ਤੇ ਪਹੁੰਚਣਾ ਕਿ ਜਿਹੜਾ ਦੇਸ਼ ਹੈ, ਦੇਸ਼ ਤੁਹਾਡੇ ਤੇ ਮਾਣ ਕਰੇ। ਕਹਿੰਦੇ ਆ ਕਿ ਜਿਹੜੀ ਅੰਤਿਮ ਯਾਤਰਾ ਦੇ ਵਿੱਚ ਤੁਹਾਡੇ ਕਿੰਨੇ ਕੁ ਲੋਕ ਸ਼ਾਮਿਲ ਨੇ, ਇਸ ਚੀਜ਼ ਤੋਂ ਪਤਾ ਲੱਗਦਾ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਕਮਾਇਆ ਕੀ ਹੈ। ਸੋ ਅੱਜ ਇੱਕ ਮਹਾਨ ਦੌੜਾਕ, ਜਿਹੜਾ ਇੱਕ ਮਹਾਨ ਦੌੜਾਕ ਜਿਸ ਦਾ ਅਸੀਂ ਜ਼ਿਕਰ ਹਰ ਵਾਰ ਕਰਦੇ ਹਾਂ ਕਿ ਉਹਨਾਂ ਦੀਆਂ ਪ੍ਰਾਪਤੀਆਂ ਦੇ ਕਰਕੇ ਅੱਜ ਦੇਸ਼ ਦਾ ਹਰ ਵਿਅਕਤੀ, ਅੱਜ ਦੇਸ਼ ਦਾ ਬਾਲੀਵੁੱਡ ਦੀ ਗੱਲ ਕਰ ਲਈਏ, ਰਾਜਨੀਤਿਕ ਸ਼ਖਸੀਅਤਾਂ ਦੀ ਗੱਲ ਕਰ ਲਈਏ, ਖਾਸ ਤੌਰ ਤੇ ਸਪੋਰਟਸ ਦੇ ਨਾਲ ਜੁੜੇ ਹੋਏ ਸੀ, ਤਾਂ ਸਪੋਰਟਸ ਦੀ ਜ਼ਿਕਰ ਗੱਲ ਕਰ ਲਈਏ ਤਾਂ ਹਰ ਫੀਲਡ ਦਾ ਜਿਹੜਾ ਵਿਅਕਤੀ ਹੈਗਾ ਅੱਜ ਉਹ ਅਫਸੋਸ ਜ਼ਾਹਿਰ ਕਰ ਰਿਹਾ, ਆਪਣਾ ਜਿਹੜਾ ਦੁੱਖ ਦਾ ਪ੍ਰਗਟਾਵਾ ਕਰ ਰਿਹਾ, ਚਾਹੇ ਪੰਜਾਬ ਦੇ ਮੁੱਖ ਮੰਤਰੀ ਦੀ ਗੱਲ ਕਰ ਲਈਏ, ਚਾਹੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਗੱਲ ਕਰ ਲਈਏ। ਦੇਸ਼ ਦੇ ਜਦੋਂ ਹਰ ਵਿਅਕਤੀ ਤੁਹਾਡੇ ਨਾਲ ਆ ਤਾਂ ਤੁਸੀਂ ਸਮਝ ਸਕਦੇ ਹੋ ਕਿ ਤੁਸੀਂ ਦੁਨੀਆ ਦੇ ਵਿੱਚ ਕਮਾਇਆ ਕੀ ਹੈ, ਕਿਉਂਕਿ ਜਦੋਂ ਵਿਅਕਤੀ ਦੁਨੀਆ ਤੋਂ ਤੁਰ ਜਾਂਦਾ ਤਾਂ ਹਰ ਬੰਦਾ ਤਾਰੀਫ ਜ਼ਰੂਰ ਕਰਦਾ, ਪਰ ਜਿਹੜੀਆਂ ਫੀਲਡ ਦੇ ਲੋਕ ਨੇ, ਬਾਗ ਮਿਲਖਾ ਫਿਲਮ ਬਣਦੀ ਹੈ ਤਾਂ ਇੱਕ ਸਟੋਰੀ ਦੇ ਲਈ ਉਸ ਨੂੰ ਬਹੁਤ ਸਾਰੇ ਅਵਾਰਡ ਮਿਲਦੇ ਨੇ, ਇੱਕ ਅਜਿਹੀ ਜ਼ਿੰਦਗੀ ਜਿਸ ਦੇ ਲਈ ਅਸੀਂ ਗੱਲ ਕਰ ਲਈਏ ਕਿ ਉਹਨਾਂ ਨੇ ਦੁਨੀਆ ਦੇ ਉੱਤੇ ਜਿਉਇਆ। ਔਰ ਅਕਸਰ ਜਦੋਂ ਕਿਸੇ ਵੀ ਬੰਦੇ ਦੇ ਫਿਲਮਾਂ ਬਣਦੀਆਂ ਤਾਂ ਬਹੁਤ ਸਾਰਾ ਪੈਸਾ ਕਮਾਇਆ ਜਾਂਦਾ, ਪਰ ਮਿਲਖਾ ਸਿੰਘ ਨੇ ਕਿਹਾ ਜਾਂਦਾ ਕਿ ਉਸ ਫਿਲਮ ਦੇ ਲਈ ਕੇਵਲ 1 ਜਾਂ ਸਵਾ ਰੁਪਏ ਦੀ ਜਿਹੜੀ ਰਾਸ਼ੀ ਸੀ ਉਹ ਲਈ ਸੀ, ਔਰ ਉਹਨਾਂ ਨੇ ਕਿਹਾ ਸੀ ਕਿ ਮੇਰੀ ਜ਼ਿੰਦਗੀ ਦੇ ਉੱਤੇ ਫਿਲਮ ਦੇ ਲਈ ਮੈਂ ਪੈਸੇ ਨਹੀਂ ਲਊਂਗਾ, ਸਿਰਫ ਇੱਕ ਟੋਕਨ ਮਨੀ ਦੇ ਤੌਰ ਤੇ, ਇੱਕ ਸਤਿਕਾਰ ਦੇ ਤੌਰ ਤੇ ਜਿਹੜਾ ਉਹਨਾਂ ਵੱਲੋਂ ਲਿਆ ਗਿਆ ਸੀ। ਔਰ ਉਹੀ ਗੱਲਾਂ ਕਰਕੇ ਅੱਜ ਮਿਲਖਾ ਸਿੰਘ ਨੂੰ ਪੂਰੀ ਦੁਨੀਆ ਯਾਦ ਕਰ ਰਹੀ ਹੈ। ਜਦੋਂ 1947 ਦੇ ਵਿੱਚ ਦੇਸ਼ ਆਜ਼ਾਦ ਹੁੰਦਾ ਹੈ, ਉਸ ਆਜ਼ਾਦੀ ਤੋਂ ਬਾਅਦ ਜਦੋਂ ਦੇਸ਼ ਮੁਸ਼ਕਿਲ ਦੌਰ 'ਚ ਲੰਘਦਾ, ਪਰ ਉਸ ਸਮੇਂ ਦੇਸ਼ ਨੂੰ ਮੈਡਲ ਦਿਵਾਉਣਾ, ਜਿਸ ਸਮੇਂ ਦੇਸ਼ ਦੇ ਕੋਲੇ ਇੰਨੇ ਸੋਰਸ ਵੀ ਨਹੀਂ ਸੀ ਕਿ ਕਿਸ ਤਰ੍ਹਾਂ ਦੇਸ਼ ਦੇ ਵਿੱਚ ਜਿਹੜੀ ਸਪੋਰਟਸ ਦੀ ਭਾਵਨਾ ਪੈਦਾ ਕੀਤੀ ਜਾਵੇ, ਉਸ ਸਮੇਂ ਜਿਹੜੇ ਮਿਲਖਾ ਸਿੰਘ ਨੇ ਮਿਹਨਤ ਕੀਤੀ ਉਸ ਦੀ ਬਦੌਲਤ ਹੀ ਹੈ ਕਿ ਅੱਜ ਬਹੁਤ ਸਾਰੇ ਜਿਹੜੇ ਪਲੇਅਰ ਨੇਗੇ ਉਹ ਅੱਜ ਇਸ ਲਾਈਨ ਦੇ ਵਿੱਚ ਨੇ। ਬਹੁਤ ਸਾਰੇ ਲੋਕ ਨੇ ਜਿਹੜੇ ਇਹਨਾਂ ਤੋਂ ਇੰਸਪਾਇਰ ਨੇ ਮਿਲਖਾ ਸਿੰਘ ਤੋਂ, ਕਿਉਂਕਿ ਮਿਲਖਾ ਸਿੰਘ ਦੇ ਬੇਟੇ ਦੀ ਗੱਲ ਕਰ ਲਈਏ ਜੀ ਮਿਲਖਾ ਸਿੰਘ, ਉਹ ਵੀ ਗੋਲਫ ਦੇ ਵਿੱਚ ਆਪਣਾ ਨਾਮਣਾ ਖੱਟਿਆ ਹੋਇਆ, ਤਾਂ ਦੂਜੇ ਪਾਸੇ ਮਿਲਖਾ ਸਿੰਘ ਲਗਾਤਾਰ ਐਥਲੀਟ ਦੇ ਤੌਰ ਤੇ ਲਗਾਤਾਰ ਵੱਖ-ਵੱਖ ਗੇਮਾਂ ਦੀ ਅਸੀਂ ਗੱਲ ਕਰ ਲਈਏ, ਰੇਸ ਦੇ ਬਹੁਤ ਸਾਰੇ ਫਾਰਮੈਟ ਨੇ, ਉਹਨਾਂ ਦੇ ਵਿੱਚ ਕਿਸ ਤਰ੍ਹਾਂ ਇਹਨਾਂ ਦੇ ਵੱਲੋਂ ਜਿਹੜੀਆਂ ਜਿੱਤਾਂ ਪ੍ਰਾਪਤ ਕੀਤੀਆਂ ਗਈਆਂ, ਜਿਸ ਦੀ ਬਦੌਲਤ ਅੱਜ ਪੂਰਾ
ਦੇਸ਼ ਅਫਸੋਸ ਦੇ ਵਿੱਚ ਹੈ, ਚਾਹੇ ਕੋਈ ਰਾਜਨੀਤਿਕ ਦੇ ਨਾਲ ਜੁੜੇ ਹੋਏ ਲੋਕ ਨੇ, ਚਾਹੇ ਸਪੋਰਟਸ ਦੇ ਨਾਲ ਜੁੜੇ ਹੋਏ ਲੋਕ ਨੇ, ਚਾਹੇ ਬਾਲੀਵੁੱਡ ਦੀ ਗੱਲ ਕਰ ਲਈਏ, ਬਾਲੀਵੁੱਡ ਤੋਂ तमाम ਜਿਹੜੇ ਐਕਟਰ ਨੇਗੇ ਉਹਨਾਂ ਵੱਲੋਂ ਲਗਾਤਾਰ ਟਵੀਟ ਕਰਕੇ ਜਿਹੜਾ ਅਫਸੋਸ ਹੈ ਉਹ ਜ਼ਰੂਰ ਜ਼ਾਹਿਰ ਕੀਤਾ ਜਾ ਰਿਹਾ। ਔਰ ਹੁਣ ਤੋਂ ਕੁਝ ਦੇਰ ਬਾਅਦ ਜਿਹੜੀ 8 ਫੇਜ਼ ਤੋਂ ਜਿਹੜੀ ਸ਼ਵ ਯਾਤਰਾ ਉਹ ਨਿਕਲ ਚੁੱਕੀ ਹੈ। ਹੁਣ ਤੋਂ ਕੁਝ ਦੇਰ ਬਾਅਦ ਜਿਹੜਾ ਸੈਕਟਰ 25 ਦਾ ਕ੍ਰਿਮੇਸ਼ਨ ਗਰਾਊਂਡ ਹੈ ਚੰਡੀਗੜ੍ਹ ਦਾ, ਉੱਥੇ ਇਹ ਯਾਤਰਾ ਜਾ ਕੇ ਸਮਾਪਤ ਹੋਏਗੀ। ਔਰ ਇੱਕ ਮਹਾਨ ਖਿਡਾਰੀ ਜਿਸ ਨੂੰ ਦੁਨੀਆ ਨੇ ਉੱਡਣੇ ਸਿੱਖ ਦੇ ਤੌਰ ਤੇ ਜਾਣਿਆ, ਜਿਸ ਨੂੰ ਦੁਨੀਆ ਨੇ ਉੱਡਣਾ ਸਿੱਖ ਕਹਿ ਕੇ ਪੁਕਾਰਿਆ, ਔਰ ਉਹ ਵੀ ਉਸ ਧਰਤੀ ਤੇ ਜਿੱਥੇ ਅਕਸਰ ਦੁਸ਼ਮਣੀ ਸਮਝੀ ਜਾਂਦੀ ਹੈ, ਪਾਕਿਸਤਾਨ ਦੀ ਧਰਤੀ ਦੇ ਉੱਤੇ ਇਹ ਅਵਾਰਡ ਦੇ ਨਾਲ ਜਿਹੜੇ ਉਸ ਸਮੇਂ ਦੇ ਉਹਨਾਂ ਦੇ ਰਾਜਨੀਤੀ ਲੀਡਰ ਉਹਨਾਂ ਵੱਲੋਂ ਪੁਕਾਰਿਆ ਗਿਆ ਕਿ ਅੱਜ ਤੋਂ ਬਾਅਦ ਦੁਨੀਆ ਤੈਨੂੰ ਉੱਡਣਾ ਸਿੱਖ ਦੇ ਨਾਮ ਤੇ ਜਾਣੇਗੀ। ਸੋ ਪਾਕਿਸਤਾਨ ਦੀ ਧਰਤੀ ਤੇ ਇਹ ਖਿਤਾਬ ਜਿੱਤਣਾ ਆਪਣੇ ਆਪ 'ਚ ਇੱਕ ਮਹਾਨਤਾ ਹੈਗੀ। ਔਰ ਕਿਹਾ ਜਾਂਦਾ ਕਿ ਇੱਕ ਜਿਹੜੀ ਜਿਸ ਤਰ੍ਹਾਂ ਪੁਰਾਣੇ ਤੁਸੀਂ ਕੋਈ ਰਾਈਟਰ ਦੇਖ ਲਓਗੇ ਜਾਂ ਪਲੇਅਰ ਦੇਖ ਲਓਗੇ ਤਾਂ ਇੱਕ ਤਰੀਕੇ ਦੇ ਨਾਲ ਪਾਕਿਸਤਾਨ ਔਰ ਇੰਡੀਆ ਦੇ ਨਾਲ ਜੁੜੇ ਹੋਏ ਪਲੇਅਰ ਨੇ। ਗੁਲਜ਼ਾਰ ਸਾਹਿਬ ਦੀ ਗੱਲ ਕਰ ਲਈਏ ਰਾਈਟਰ ਦੇ ਵਿੱਚ ਤਾਂ ਉਹ ਵੀ ਜਿਹੜੇ ਇਸੇ ਫੀਲਡ ਦੇ ਜੁੜੇ ਹੋਏ ਚੀਜ਼ ਨੇ। ਪਾਕਿਸਤਾਨ 'ਚ ਉਹਨਾਂ ਦਾ ਜਨਮ ਹੁੰਦਾ ਪਰ ਵੰਡ ਤੋਂ ਬਾਅਦ ਉਹ ਇੰਡੀਆ ਆ ਜਾਂਦੇ ਨੇ। ਉਸੇ ਤਰ੍ਹਾਂ ਹੀ ਮਿਲਖਾ ਸਿੰਘ ਦਾ ਜਨਮ ਹੈ ਜਿਹੜਾ ਉਹ ਪਾਕਿਸਤਾਨ ਦੇ ਵਿੱਚ ਹੁੰਦਾ ਪਰ ਵੰਡ ਤੋਂ ਬਾਅਦ ਉਹਨਾਂ ਨੂੰ ਵੀ ਇੱਧਰ ਆਉਣਾ ਪਿਆ। ਸੋ ਲਗਾਤਾਰ ਇੱਕ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਇਹ ਵਿਚਾਰਤਾ ਜੁੜੀ ਹੋਈ ਸੀ, ਇੱਕ ਜਿਹੜੀ ਦੋਸਤੀ ਜੁੜੀ ਹੋਈ ਸੀ ਉਹ ਇੰਡੀਆ ਪਾਕਿਸਤਾਨ ਦੇ ਜੇਕਰ ਅਸੀਂ ਗੱਲ ਕਰ ਲਈਏ ਤਾਂ ਇੱਕ ਆਪਸ ਦੇ ਵਿੱਚ ਜਿਹੜਾ ਸਮਝੌਤਾ ਜਾਂ ਇੱਕ ਸਾਂਝ ਹੈਗੀ ਉਹ ਇਹਨਾਂ ਲੋਕਾਂ ਦੀ ਜੁੜੀ ਹੋਈ ਹੈਗੀ। ਗੁਲਜ਼ਾਰ ਸਾਹਿਬ ਦੀ ਗੱਲ ਕਰ ਲਈਏ, ਮਿਲਖਾ ਸਿੰਘ ਦੀ ਗੱਲ ਕਰ ਲਈਏ। ਸੋ ਅੱਜ ਦੇਸ਼ ਦਾ ਹਰ ਨਾਗਰਿਕ ਅਫਸੋਸ ਦੇ ਵਿੱਚ ਹੋਏਗਾ ਪਰ ਜਦੋਂ ਮਿਲਖਾ ਸਿੰਘ ਦੇ ਕਰਕੇ ਦੇਸ਼ ਦਾ ਝੰਡਾ ਜਦੋਂ ਅਸੀਂ ਦੇਖਦੇ ਹਾਂ ਕਿ ਓਲੰਪਿਕ ਦੇ ਵਿੱਚ ਪਹਿਲੇ ਨੰਬਰ ਤੇ ਮਿਲਖਾ ਸਿੰਘ ਆਉਂਦੇ ਨੇ ਤਾਂ ਜਦੋਂ ਦੇਸ਼ ਦਾ ਝੰਡਾ ਉੱਪਰ ਜਾਂਦਾ ਤਾਂ ਦੇਸ਼ ਦੇ ਹਰ ਵਿਅਕਤੀ ਨੂੰ ਉਸ ਸਮੇਂ ਮਾਣ ਹੋ ਰਿਹਾ ਸੀ ਕਿ ਹਾਂ ਇੱਕ ਮਹਾਨ ਖਿਡਾਰੀ ਪੰਜਾਬ ਦੇ ਏਰੀਏ ਤੋਂ ਆਉਂਦਾ, ਇੱਕ ਮਹਾਨ ਖਿਡਾਰੀ ਇੰਡੀਆ ਦੇ ਏਰੀਏ ਤੋਂ ਆਉਂਦਾ ਹੈਗਾ ਜਿਹੜਾ ਦੇਸ਼ ਦਾ ਝੰਡਾ ਉੱਪਰ ਚੁੱਕ ਰਿਹਾ। ਔਰ ਇਸੇ ਨੂੰ ਦੇਖਦੇ ਹੋਏ ਅੱਜ ਪੰਜਾਬ ਦੇ ਵਿੱਚ ਵੀ ਇੱਕ ਦਿਨ ਦਾ ਜਿਹੜਾ ਰਾਜਨੀਤਿਕ ਜਿਹੜਾ ਕਿ ਰਾਜ ਪੱਧਰੀ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਅਫਸੋਸ ਹੈ ਉਹ ਕੀਤਾ ਜਾ ਰਿਹਾ। ਔਰ ਦੂਜੇ ਪਾਸੇ ਗਾਰਡ ਆਫ ਆਨਰ ਦੇ ਨਾਲ ਅੱਜ ਜਿਹੜਾ ਸੈਕਟਰ 25 ਦੇ ਜਿਹੜਾ ਕ੍ਰਿਮੇਸ਼ਨ ਗਰਾਊਂਡ ਆ ਉੱਥੇ ਜਾ ਕੇ ਮਿਲਖਾ ਸਿੰਘ ਦਾ ਜਿਹੜਾ ਅੰਤਿਮ ਸੰਸਕਾਰ ਦੀਆਂ ਰਸਮਾਂ ਉਸ ਨੂੰ ਪੂਰਾ ਕੀਤਾ ਜਾਏਗਾ। ਸੋ ਇੱਕ ਬਹੁਤ ਵੱਡਾ ਘਾਟਾ ਅਸੀਂ ਕਹਿ ਸਕਦੇ ਹਾਂ ਕਿ ਖੇਡ ਜਗਤ ਨੂੰ ਪਿਆਗਾ ਤਾਂ ਉੱਥੇ ਹੀ ਨਾਲ ਦੀ ਨਾਲ ਜਿਹੜੀਆਂ ਹੋਰ ਲਾਈਨਾਂ ਗਾ ਉਹਨਾਂ ਦੇ ਲਈ ਵੀ ਇੱਕ ਵੱਡਾ ਘਾਟਾ। ਦੂਜੇ ਪਾਸੇ ਗੱਲ ਕਰੀਏ ਕਿ ਬਹੁਤ ਸਾਰੇ ਲੋਕ ਜਿਹੜੇ ਮਿਲਖਾ ਸਿੰਘ ਦੇ ਨਾਲ ਕੰਮ ਕਰ ਚੁੱਕੇ ਨੇ ਜਾਂ ਉਹਨਾਂ ਨੂੰ ਨਿੱਜੀ ਤੌਰ ਤੇ ਜਾਣਦੇ ਨੇ ਤਾਂ ਉਹਨਾਂ ਦੇ ਲਈ ਇੱਕ ਬਹੁਤ ਵੱਡਾ ਘਾਟਾ ਹੈ। ਹੁਣ ਤੋਂ ਥੋੜੀ ਦੇਰ ਪਹਿਲਾਂ ਯੋਗਰਾਜ ਸਿੰਘ ਨਾਲ ਅਸੀਂ ਗੱਲਬਾਤ ਕਰ ਰਹੇ ਸੀ ਤਾਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਵੀ ਹੰਝੂ ਹੈ ਜਿਹੜੇ ਉਹ ਸਾਫ਼ ਨਜ਼ਰ ਆ ਰਹੇ ਸੀ ਕਿਉਂਕਿ ਉਹ ਕਹਿ ਰਹੇ ਸੀ ਕਿ ਮੇਰੇ ਇੱਕ ਪਿਤਾ ਸਮਾਨ ਸੀ ਜਿਹੜੇ ਕਿਉਂਕਿ ਲਗਾਤਾਰ ਮੈਨੂੰ ਸੇਧ ਦਿੰਦੇ ਸੀ ਕਿ ਕਿਸ ਤਰ੍ਹਾਂ ਮਿਹਨਤ ਕਰਨੀ ਹੈ। ਸਪੋਰਟਸ ਜਗਤ ਦੀ ਗੱਲ ਕਰੀਏ ਤਾਂ ਮੈਂ ਵੀ ਉਹਨਾਂ ਤੋਂ ਇਨਸਪਾਇਰ ਹੋ ਕੇ ਜਿਹੜੀ ਲਗਭਗ ਪ੍ਰੈਕਟਿਸ ਸੀ ਜਿਹੜੀ ਉਹ ਮੈਂ ਕਰਦਾ ਹੁੰਦਾ ਸੀਗਾ। ਤਾਂ ਵੱਖ-ਵੱਖ ਜਿਹੜੀ ਯੁਵਰਾਜ ਦੀ ਗੱਲ ਕਰ ਲਈਏ, ਯੁਵਰਾਜ ਜੀ ਉਹ ਅੱਜ ਇੱਕ ਗੱਲ ਸਾਂਝੀ ਕਰ ਰਹੇ ਸੀ ਕਿ ਪਿਛਲੇ ਦਿਨਾਂ ਦੇ ਵਿੱਚ ਯੁਵਰਾਜ ਵੱਲੋਂ ਵੀ ਜਿਹੜੀ ਗੋਲਫ ਦੀ ਟ੍ਰੇਨਿੰਗ ਆ ਉਹ ਸ਼ੁਰੂ ਕੀਤੀ ਗਈ ਤਾਂ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਗੋਲਫ ਦੇ ਵਿੱਚ ਯੁਵਰਾਜ ਵਰਲਡ ਚੈਂਪੀਅਨ ਬਣ ਸਕਦਾ। ਤਾਂ ਅੱਜ ਯੁਵਰਾਜ ਵੀ ਬੇहद ਸਦਮੇ 'ਚ ਨੇ ਜੋ ਜਿਸ ਚੀਜ਼ ਦਾ ਜ਼ਿਕਰ ਯੋਗਰਾਜ ਕਰ ਰਹੇ ਸੀ। ਜੀ ਗੌਰਵ ਬਿਲਕੁਲ ਇਹ ਤਸਵੀਰਾਂ ਸਾਡੇ ਤੱਕ ਜ਼ਰੂਰ ਪਹੁੰਚਾਉਂਦੇ ਰਹੋ, ਸਾਡੇ ਦਰਸ਼ਕਾਂ ਤੱਕ ਜ਼ਰੂਰ ਪਹੁੰਚਾਉਂਦੇ ਰਹੋ। ਮਿਲਖਾ ਸਿੰਘ ਆਖਰੀ ਵਿਦਾਈ ਅੱਜ ਸਾਰੇ ਅਸੀਂ ਦੇ ਰਹੇ ਹਾਂ ਉਹਨਾਂ ਨੂੰ। ਜਿਸ ਤਰ੍ਹਾਂ ਉਹਨਾਂ ਦੀ ਜੀਵਨੀ ਦਾ ਜ਼ਿਕਰ ਵੀ ਲਗਾਤਾਰ ਹੋ ਰਿਹਾ ਹੈ, ਇੱਕ ਇੱਕ ਪੜਾਅ ਦੇ ਉੱਤੇ ਕਿਸ ਤਰੀਕੇ ਨਾਲ ਜ਼ਿੰਦਗੀ ਲੋਕਾਂ ਨੂੰ ਪ੍ਰੇਰਿਤ ਕਰਦੀ ਹੈ ਉਹ ਸਭ ਦੇ ਸਾਹਮਣੇ ਹੈ। ਉਹ ਚਾਹੇ ਇੱਕ ਗੁਰਬਤ ਦੀ ਜ਼ਿੰਦਗੀ ਦੇ ਵਿੱਚੋਂ ਨਿਕਲ ਕੇ ਇੱਕ ਬਹੁਤ ਵੱਡਾ ਸਟਾਰ ਬਣ ਜਾਣਾ, ਖੂਬ ਸਾਰੀ ਮਿਹਨਤ ਕਰਨਾ, ਆਪਣੇ ਪਰਿਵਾਰ ਦਾ, ਦੇਸ਼ ਦਾ, ਪੰਜਾਬ ਦਾ ਨਾਮ ਰੌਸ਼ਨ ਕਰਨਾ, ਉਸ ਮਿੱਟੀ ਦਾ ਨਾਮ ਰੌਸ਼ਨ ਕਰਨਾ ਜਿੱਥੇ ਉਹਨਾਂ ਨੇ ਖੂਬ ਮਿਹਨਤ ਕੀਤੀ। ਬੇਸ਼ੱਕ ਪਾਕਿਸਤਾਨ ਦੇ ਵਿੱਚ ਜਨਮ ਹੋਇਆ ਕਿਉਂਕਿ ਉਸ ਸਮੇਂ ਤਾਂ ਹਿੰਦੁਸਤਾਨ ਹੀ ਸੀ ਜਦੋਂ 47 ਤੋਂ ਪਹਿਲਾਂ, ਤਾਂ ਉੱਥੋਂ ਆ ਕੇ ਇੱਧਰ ਸਭ ਕੁਝ ਸੈਟਲ ਕਰਨਾ, ਦੁਬਾਰਾ ਸਭ ਕੁਝ ਦੇਖਣਾ ਬਹੁਤ ਔਖਾ ਟਾਈਮ ਹੁੰਦਾ ਹੈ। ਜਿਵੇਂ ਰੋਹਿਤ ਵੀ ਜ਼ਿਕਰ ਕਰ ਰਹੇ ਸੀ ਕਿ ਬਹੁਤ ਸਾਰੇ ਲੋਕਾਂ ਦੇ ਕੋਲ ਐਕਸਕਿਊਜ਼ ਹੁੰਦੇ ਨੇ ਕਿ ਅਸੀਂ ਗਰੀਬੀ ਦੇ ਵਿੱਚ ਸੀ ਜਾਂ ਫਿਰ ਸਾਡੇ ਨਾਲ ਆ ਨਹੀਂ ਹੋਇਆ, ਉਹ ਨਹੀਂ ਹੋਇਆ, ਇਸ ਕਰਕੇ ਅਸੀਂ ਤਰੱਕੀ ਨਹੀਂ ਕਰ ਪਾਏ, ਅਸੀਂ ਆਪਣਾ ਮੁਕਾਮ ਨਹੀਂ ਹਾਸਲ ਕਰ ਪਾਏ। ਇਹ ਉਹਨਾਂ ਸਭ ਦੇ ਲਈ ਪ੍ਰੇਰਨਾ ਦਾ ਸਰੋਤ ਨੇ ਮਿਲਖਾ ਸਿੰਘ ਕਿ ਜਦੋਂ ਤੁਹਾਡੇ ਅੰਦਰ ਜਜ਼ਬਾ ਹੋਵੇ, ਜਦੋਂ ਤੁਹਾਡੇ ਅੰਦਰ ਜ਼ਿੱਦ ਹੋਵੇ ਕਿ ਅਸੀਂ ਆਪਣਾ ਇੱਕ ਮੁਕਾਮ ਹਾਸਲ ਕਰਨਾ ਹੈ ਤਾਂ ਫਿਰ ਕੋਈ ਵੀ ਚੀਜ਼ ਉਸ ਦੇ ਵਿੱਚ ਅੜਿੱਕਾ ਨਹੀਂ ਬਣ ਸਕਦੀ, ਨਾ ਗੁਰਬਤ, ਨਾ ਕੋਈ ਹੋਰ ਮਿਸਹੈਪਨਿੰਗ, ਨਾ ਕੋਈ ਅਜਿਹੀ ਚੀਜ਼ ਜੋ ਅੜਿੱਕੇ ਦੇ ਤੌਰ ਦੇ ਉੱਤੇ ਤੁਹਾਨੂੰ ਨਜ਼ਰ ਆ ਰਹੀ ਹੋਵੇ। ਤਾਂ ਇਹ ਤਸਵੀਰਾਂ ਅਸੀਂ ਲਗਾਤਾਰ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਲਾਸਟ ਫਰਾਈਡੇ ਦੀਆਂ ਤਸਵੀਰਾਂ ਨੇ, ਉਹਨਾਂ ਦੀ ਅੰਤਿਮ ਯਾਤਰਾ ਦੀਆਂ ਤਸਵੀਰਾਂ ਨੇ ਜੋ ਕਿ ਅੰਤਿਮ ਯਾਤਰਾ ਰਵਾਨਾ ਹੋਈ ਹੈ ਸੈਕਟਰ 25 ਦੇ ਸ਼ਮਸ਼ਾਨ ਘਾਟ ਦੇ ਵਿੱਚ ਜਾ ਕੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਤੁਹਾਨੂੰ ਸੈਕਟਰ 25 ਲੈ ਕੇ ਚੱਲਦੇ ਹਾਂ। ਕ੍ਰਿਮੇਸ਼ਨ ਗਰਾਊਂਡ ਤੋਂ ਵੀ ਸਾਡੇ ਸਹਿਯੋਗੀ ਸਾਡੇ ਨਾਲ ਜੁੜ ਰਹੇ ਨੇ, ਮਨੋਜ ਰਾਠੀ, ਉਹਨਾਂ ਦਾ ਰੁਖ ਕਰਦੇ ਹਾਂ। ਮਨੋਜ, ਦੋ ਚੀਜ਼ਾਂ ਜਾਣਨੀਆਂ ਚਾਹੁੰਦੇ ਹਾਂ, ਸਾਰੇ ਦਰਸ਼ਕ ਵੀ ਇਨਫੈਕਟ ਜਾਣਨਾ ਚਾਹੁੰਦੇ ਹੋਣਗੇ ਕਿ ਮਿਲਖਾ ਸਿੰਘ ਦੇ ਘਰ ਤੋਂ ਸੈਕਟਰ 25 ਦਾ ਰਾਹ ਕਿੰਨੀ ਦੇਰ 'ਚ ਪਹੁੰਚ ਜਾਣਗੇ, ਤੇ ਦੂਜਾ ਪੁਆਇੰਟ ਉੱਥੇ ਇਸ ਸਮੇਂ ਕੌਣ ਪਹੁੰਚਿਆ ਹੋਇਆ ਤੇ ਤਿਆਰੀਆਂ ਜਿਹੜੀਆਂ ਉਹ ਪੂਰੀ
ਕਰ ਲਈ ਗਈਆਂ। ਤਸਵੀਰਾਂ ਕੈਮਰਾਮੈਨ ਨੂੰ ਕਹਾਂਗਾ ਕਿ ਤੁਹਾਡੇ ਨਾਲ ਸਾਂਝੀ ਕਰਨ ਕਿ ਪੂਰਾ ਜਿਹੜੀ ਇੱਥੇ ਇੱਕ ਗੱਲ ਹੋਰ ਤੁਹਾਨੂੰ ਦੱਸ ਦਈਏ ਕਿ ਪੰਜਾਬ ਪੁਲਿਸ, ਚੰਡੀਗੜ੍ਹ ਪੁਲਿਸ ਤੇ CRPF ਤਿੰਨ ਜਿਹੜੇ ਗਾਰਡ ਹੈ ਉਹ ਇੱਥੇ ਪਹੁੰਚੇ ਨੇ। SSP, DIG ਜਿਹੜੇ ਅਧਿਕਾਰੀ ਹੈ ਉਹ ਸਾਰੇ ਇੱਥੇ ਪਹੁੰਚ ਚੁੱਕੇ ਨੇ, ਯਾਨੀ ਕਿ ਤਿਆਰੀਆਂ ਜਿਹੜੀ ਹੈ ਉਹ ਪੂਰੀ ਹੋ ਚੁੱਕੀ ਨੇ। ਯਾਨੀ ਕਿ ਤੁਸੀਂ ਜਦ ਕੁਐਸਚਨ ਪੁੱਛਿਆ ਕਿ ਕਿੰਨਾ ਉਹ ਸੈਕਟਰ 8 ਤੋਂ ਲੈ ਕੇ ਸੈਕਟਰ 25 ਦਾ ਕਿੰਨਾ ਕਿਰਾਇਆ, ਤੇ ਜਿਹੜੇ ਰਾਸਤੇ 4 ਵਜੇ ਉਹ ਚਲੇ ਸੀ ਉੱਥੋਂ, ਤੇ ਅਸੀਂ ਕਹਿ ਸਕਦੇ ਹਾਂ ਕਿ 4:30 ਵਜੇ ਉਹ ਇੱਥੇ ਪਹੁੰਚਣਗੇ ਤੇ ਪੂਰੀ ਜਿਹੜਾ ਉਹਨਾਂ ਦੇ ਹੁਣ ਇੱਥੇ ਅਧਿਕਾਰੀ ਜਿਹੜੇ ਹੈਗੇ ਉਹ ਪਹੁੰਚ ਚੁੱਕੇ ਨੇ। ਇੱਕ ਗੱਲ ਹੋਰ ਗੌਰਵ ਇਹਦੇ ਵਿੱਚ ਤੁਹਾਨੂੰ ਦੱਸਣਾ ਚਾਹੂੰਗਾ ਕਿ ਜਿਹੜਾ ਉਹਨਾਂ ਦਾ ਅੰਤਿਮ ਸੰਸਕਾਰ ਇਸ ਸ਼ੈੱਡ ਤੇ ਕਰਨਾ ਹੈ, ਇਹ ਉਹੀ ਸ਼ੈੱਡ ਹੈ ਜਿਹਦੇ ਵਿੱਚ ਬੀਤੇ ਦਿਨਾਂ ਉਹਨਾਂ ਦੀ ਜਿਹੜੀ ਵਾਈਫ ਹੈ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਸੀਗਾ। ਉਸੇ ਸ਼ੈੱਡ ਵਿੱਚ ਅੱਜ ਉਹਨਾਂ ਦਾ ਵੀ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ, ਯਾਨੀ ਕਿ ਇਹ ਸ਼ੈੱਡ ਉਹੀ ਹੈ 5A। ਇਹ ਸ਼ੈੱਡ ਜਿਹੜਾ ਹੈਗਾ ਉਹਨਾਂ ਦੀ ਵਾਈਫ ਦਾ ਅੰਤਿਮ ਸੰਸਕਾਰ ਹੋਇਆ ਸੀਗਾ, ਅੱਜ ਉਹਨਾਂ ਦਾ ਵੀ ਇੱਥੇ ਹੋ ਰਿਹਾ ਹੈ ਤੇ ਅਧਿਕਾਰੀ ਜਿਹੜੇ ਹੈਗੇ ਉਹ ਸਾਰੇ ਇੱਥੇ ਪਹੁੰਚ ਚੁੱਕੇ ਨੇ ਤੇ 5 ਵਜੇ ਜਿਹੜੇ ਕੇਂਦਰ ਖੇਲ ਮੰਤਰੀ ਨੇ ਕਿਰਨ ਰਿਜੂ ਤੇ ਗਵਰਨਰ ਪੰਜਾਬ BP ਬਦਨੌਰ ਉਹ ਇੱਥੇ ਸਿੱਧਾ ਹੀ ਪਹੁੰਚਣਗੇ। ਪਹਿਲਾਂ ਉਹਨਾਂ ਦਾ ਜਿਹੜਾ ਟਾਈਮਿੰਗ ਸੀਗਾ ਉਹਨਾਂ ਦੇ ਘਰ ਦਾ ਸੀਗਾ, ਲੇਕਿਨ ਹੁਣ ਜਿਹੜੀ ਇਨਫੋਰਮੇਸ਼ਨ ਮਿਲੀ ਹੈ ਉਹ ਸਿੱਧਾ ਇੱਥੇ ਪਹੁੰਚਣਗੇ ਤੇ ਪੂਰਾ ਜਿਹੜਾ ਸਿਕਿਉਰਿਟੀ ਹੈ ਉਹਦਾ ਅਰੇਂਜਮੈਂਟ ਕਰ ਲਿਆ ਗਿਆ ਹੈ। ਉਹਦੇ ਨਾਲ ਨਾਲ ਜਿਹੜੇ ਵੀ ਇੱਥੇ ਅਧਿਕਾਰੀ ਨੇ, ਪ੍ਰਸ਼ਾਸਨ ਦੇ ਅਧਿਕਾਰੀ ਤੇ ਹੋਰ ਜਿਹੜੇ ਪੁਲਿਸ ਅਧਿਕਾਰੀ, SSP ਦੇ ਨਾਲ ਜਿਹੜੇ DIG ਨੇ, ਹੋਰ ਜਿਹੜੇ ਅਧਿਕਾਰੀ ਨੇ ਉਹ ਇੱਥੇ ਪਹੁੰਚ ਚੁੱਕੇ ਨੇ ਤੇ ਇਹਦੇ ਵਿੱਚ ਗੌਰਵ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ 3 ਜਿਹੜੇ ਗਾਰਡ ਹੈ ਉਹ ਉਹਨਾਂ ਦੀ ਸਲਾਮੀ ਵਾਸਤੇ ਲਾਏ ਗਏ ਨੇ। ਤਿਆਰੀਆਂ ਜਿਹੜੀ ਹੈ ਉਹ ਪੂਰੀ ਕਰ ਚੁੱਕੇ ਨੇ। ਤਸਵੀਰਾਂ ਤੁਸੀਂ ਵੇਖ ਸਕਦੇ ਹੋ, ਸੈਕਟਰ 25 ਦੇ ਕ੍ਰਿਮੇਸ਼ਨ ਗਰਾਊਂਡ ਦੀਆਂ ਤਸਵੀਰਾਂ ਨੇ ਤੇ ਉਹਨਾਂ ਦਾ ਜਿਹੜਾ ਪਰਿਵਾਰ ਹੈ ਉਹਨਾਂ ਦੇ ਨਾਲ ਹੈ ਤੇ ਹੋਰ ਜਿਹੜੇ ਪ੍ਰਸ਼ਾਸਨਿਕ DC ਵੀ ਇੱਥੇ ਪਹੁੰਚੇ ਨੇ। ਚੰਡੀਗੜ੍ਹ ਦੇ ਜਿਹੜੇ DC ਨੇ ਮਨਦੀਪ ਬਰਾੜ ਉਹ ਵੀ ਇੱਥੇ ਪਹੁੰਚ ਚੁੱਕੇ ਨੇ, ਹੋਰ ਜਿਹੜੇ ਜਿੱਥੇ ਪ੍ਰਸ਼ਾਸਨਿਕ ਜਿੰਨੇ ਵੀ ਅਧਿਕਾਰੀ ਨੇ ਉਹ ਇੱਥੇ ਪਹੁੰਚ ਚੁੱਕੇ ਨੇ। ਯਾਨੀ ਕਹਿ ਸਕਦੇ ਹਾਂ ਕਿ 10 ਤੋਂ 15 ਮਿੰਟ ਤੱਕ ਇੱਥੇ ਜਿਹੜੇ ਉਹਨਾਂ ਦੀ ਜਿਹੜੀ ਯਾਤਰਾ ਨਿਕਲ ਰਹੀ ਹੈ ਉਹ ਇੱਥੇ ਪਹੁੰਚਣਗੀ ਤੇ ਅਧਿਕਾਰੀ ਸਾਰੇ ਇੱਥੇ ਪੂਰਾ ਜਿਹੜਾ ਹੈ ਉਹ ਕਰਦੇ ਨਜ਼ਰ ਆ ਰਹੇ ਨੇ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਲਾਪਰਵਾਹੀ ਨਾ ਹੋਵੇ। ਪੂਰੀ ਤਰ੍ਹਾਂ ਤਿਆਰੀਆਂ ਜਿਹੜੀ ਖੁਦ SSP ਕੁਲਦੀਪ ਚਹਿਲ, DIG ਜਿਹੜੇ ਬਿਸ਼ਨੋਈ, SSP ਜਿਹੜੇ ਟ੍ਰੈਫਿਕ ਹੈ ਉਹ ਵੀ ਇੱਥੇ ਪਹੁੰਚੇ ਨੇ। ਤੁਸੀਂ ਤਸਵੀਰਾਂ ਵੇਖ ਸਕਦੇ ਹੋ। ਨਾਲ ਦੇ ਨਾਲ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ, ਜਿਹੜੇ DC ਨੇ, ਹੋਰ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹ ਗੌਰਵ ਇੱਥੇ ਪਹੁੰਚ ਚੁੱਕੇ ਨੇ ਤੇ ਤਿਆਰੀਆਂ ਪੂਰੀ ਮੁਕੰਮਲ ਹੋ ਚੁੱਕੀਆਂ ਤੇ ਕਿਸ ਤਰ੍ਹਾਂ ਉਹਨਾਂ ਦਾ ਪੂਰਾ ਇਹ ਜਿਹੜਾ ਸੈੱਟ ਕੀਤਾ ਗਿਆ ਹੈ ਕਿ ਕਿਹੜੇ ਜਿਹੜੇ ਅਧਿਕਾਰੀ ਜਾਂ VIP ਜਿੱਥੇ ਆਣਗੇ ਉਹ ਕਿਸ ਤਰ੍ਹਾਂ ਉਹਨਾਂ ਦਾ ਅੰਤਿਮ ਸੰਸਕਾਰ 'ਚ ਵੀ ਸ਼ਾਮਿਲ ਹੋਣਗੇ, ਕਿਸ ਤਰ੍ਹਾਂ ਜਿਹੜਾ ਰੋਡ ਇਹਨਾਂ ਨੇ ਪੂਰਾ ਇੱਕ ਰੂਟ ਮੈਪ ਜਿਹੜਾ ਹੈ ਉਹ ਤਿਆਰ ਕੀਤਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਰਸ਼ ਨਾ ਹੋਵੇ, ਕਿਸੇ ਵੀ ਤਰ੍ਹਾਂ ਦੀ ਕੋਈ ਭੀੜ ਭਾੜ ਨਾ ਹੋਵੇ, ਕੋਵਿਡ ਦੇ ਨਿਯਮਾਂ ਦੀ ਜਿਹੜੀ ਕਿਸੇ ਵੀ ਤਰ੍ਹਾਂ ਦੀ ਕੋਈ ਲਾਪਰਵਾਹੀ ਨਾ ਹੋਵੇ ਉਹਦਾ ਵੀ ਧਿਆਨ ਰੱਖਿਆ ਗਿਆ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਰਸ਼ ਨਾ ਹੋਵੇ। ਇਸ ਕਰਕੇ ਸਾਰਾ ਜਿਹੜਾ ਹੈਗਾ ਉਹ ਇੰਤਜ਼ਾਮ ਤਸਵੀਰਾਂ ਤੁਸੀਂ ਵੇਖ ਸਕਦੇ ਹੋ। ਜਿਹੜੇ ਪ੍ਰਸ਼ਾਸਨਿਕ ਦੇ ਅਧਿਕਾਰੀ ਤੇ ਜਿਹੜੇ ਪੁਲਿਸ ਅਧਿਕਾਰੀ DIG ਜਿਹੜੇ ਓਮਵੀਰ ਬਿਸ਼ਨੋਈ ਨੇ ਉਹ ਖੁਦ ਇੱਥੇ ਪੂਰਾ ਇੰਸਟਰਕਸ਼ਨ ਦਿੰਦੇ ਨਜ਼ਰ ਆ ਰਹੇ ਨੇ। ਖੁਦ SSP ਚਹਿਲ ਤੇ DC ਬਰਾੜ ਨੇ ਉਹ ਇੱਥੇ ਪਹੁੰਚੇ ਨੇ ਤੇ ਨਾਲ ਦੇ ਨਾਲ ਜਿਹੜੀ ਗਾਰਡ ਹੈ ਉਹ ਟ੍ਰੇਨਿੰਗ ਤੁਸੀਂ ਦੇਖ ਸਕਦੇ ਹੋ ਉਹ ਪੂਰੀ ਤਿਆਰੀ 'ਚ ਹੈ ਕਿ ਯਾਨੀ ਕਿ 10-15 ਮਿੰਟ ਤੱਕ ਇੱਥੇ ਪਹੁੰਚਣਗੀ। ਜਿਹੜੇ ਮਿਲਖਾ ਸਿੰਘ ਇੱਥੇ ਉਹਨਾਂ ਦੀ ਜਿਹੜੀ ਸ਼ਵ ਯਾਤਰਾ ਨਿਕਲੀ ਹੋਈ ਹੈ ਇੱਥੇ ਪਹੁੰਚਣਗੀ ਤੇ ਪੂਰਾ ਰੱਜ ਕੇ ਸਨਮਾਨ ਨਾਲ, ਕਿਉਂਕਿ ਇਹਦੇ ਵਿੱਚ ਇਹ ਜਿਹੜਾ ਅਧਿਕਾਰੀਆਂ ਨੇ ਦੱਸਿਆ ਕਿ 3 ਜਿਹੜੀ ਗਾਰਡ ਹੈ ਉਹ ਇੱਥੇ ਅੱਜ ਰੱਜ ਕੇ ਸਨਮਾਨ, CRPF ਦੇ ਨਾਲ ਨਾਲ ਜਿਹੜੀ ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ ਤਿੰਨੋਂ ਜਿਹੜੀ ਗਾਰਡ ਹੈ ਉਹ ਉਹਨਾਂ ਨੇ ਰੱਜ ਕੇ ਸਨਮਾਨ ਨਾਲ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ। ਤਸਵੀਰਾਂ ਸੈਕਟਰ 25 ਦੇ ਕ੍ਰਿਮੇਸ਼ਨ ਗਰਾਊਂਡ ਦੀ ਹੈ। ਸਿੱਧਾ ਤਸਵੀਰਾਂ ਤੁਸੀਂ ਗੌਰਵ ਦੇਖ ਸਕਦੇ ਹੋ ਕਿ ਪੂਰਾ ਪ੍ਰਸ਼ਾਸਨਿਕ ਅਮਲਾ ਇੱਥੇ ਪਹੁੰਚਿਆ ਹੋਇਆ ਹੈ ਤੇ ਪੂਰੀ ਜਿਹੜੀ ਤਿਆਰੀਆਂ ਉਹ ਮੁਕੰਮਲ ਹੋ ਚੁੱਕੀ ਹੈ। ਕੁਝ ਹੀ ਯਾਨੀ ਕਿ ਅਸੀਂ ਕਹਿ ਸਕਦੇ ਹਾਂ ਕਿ ਕੁਝ ਹੀ ਸੈਕਟਰ 8 ਤੋਂ ਲੈ ਕੇ 25 ਸੈਕਟਰ ਦਾ ਜਿਹੜਾ ਰਸਤਾ ਹੈ ਅਸੀਂ ਕਹਿ ਸਕਦੇ ਹਾਂ ਕਿ 10 ਤੋਂ 15 ਮਿੰਟ, ਜ਼ਿਆਦਾ ਤੋਂ ਜ਼ਿਆਦਾ 10 ਤੋਂ 15 ਮਿੰਟ ਦਾ ਜਿਹੜਾ ਵੇ ਹੈ ਉਹ ਲੱਗੇਗਾ ਤੇ ਹੁਣ ਇੱਥੇ ਆ ਕੇ ਇਸੀ ਸ਼ੈੱਡ ਨੰਬਰ 5A ਜਿੱਥੇ ਬੀਤੇ ਜਿਹੜੇ ਹਫਤੇ ਉਹਨਾਂ ਦੀ ਵਾਈਫ ਦਾ ਅੰਤਿਮ ਸੰਸਕਾਰ ਕੀਤਾ ਸੀਗਾ, ਇਸੇ ਸ਼ੈੱਡ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਕੀਤਾ ਜਾਏਗਾ ਤੇ ਨਾਲ ਨਾਲ ਜਿਹੜੇ ਡਿਜ਼ਾਸਟਰ ਮੈਨੇਜਮੈਂਟ ਦੇ ਜਿਹੜੇ ਹੈੱਡ ਨੇ ਕੋਹਲੀ ਉਹ ਵੀ ਇੱਥੇ ਪਹੁੰਚੇ ਨੇ ਤੇ ਪੂਰਾ ਜਿਹੜੇ DIG ਨੇ, ਪੁਲਿਸ ਅਧਿਕਾਰੀ ਹੈ ਉਹਨਾਂ ਨੂੰ ਸਮਝਾਉਂਦੇ ਨਜ਼ਰ ਆ ਰਹੇ ਨੇ ਕਿ ਕਿਸ ਤਰ੍ਹਾਂ ਉਹ ਜਿਹੜੇ ਵੀ VIP ਆਣਗੇ ਉਹਨਾਂ ਨੂੰ ਕਿਸ ਤਰ੍ਹਾਂ ਉਹ ਸਾਰਾ ਅੰਤਿਮ ਸੰਸਕਾਰ 'ਚ ਸਾਰਾ ਪੂਰਾ ਜਿਹੜਾ ਹੈਗਾ ਪ੍ਰੋਗਰਾਮ ਉਹ ਸਮਝਾਉਂਦੇ ਨਜ਼ਰ ਆ ਰਹੇ ਕਿ ਕਿਸ ਤਰ੍ਹਾਂ ਇਹ ਕਰਨਾ ਹੈ, ਕਿਉਂਕਿ ਕਿਸੇ ਵੀ ਤਰ੍ਹਾਂ ਦੀ ਕੋਈ ਲਾਪਰਵਾਹੀ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਿਹੜਾ ਰਿਸਕ ਉਹ ਨਹੀਂ ਲੈ ਕੇ ਜਾਏਗਾ। ਸਿਰਫ ਇੱਕ ਦੂਰ ਜਿਹੜੀ ਸੋਸ਼ਲ ਡਿਸਟੈਂਸਿੰਗ ਦਾ ਵੀ ਜਿਹੜਾ ਹੈਗਾ ਉਹ ਧਿਆਨ ਰੱਖਣ ਦੀ ਇੱਥੇ ਗੱਲ ਕੀਤੀ ਗਈ ਹੈ ਕਿ ਕੋਈ ਵੀ ਜਿਹੜੇ ਹੈਗੇ ਵਾਇਲੇਸ਼ਨ ਨਾ ਹੋਵੇ ਕੋਵਿਡ ਨਿਯਮਾਂ ਦੀ। ਤਸਵੀਰਾਂ ਲਗਾਤਾਰ ਗੌਰਵ ਤੁਹਾਡੀ TV ਸਕਰੀਨ ਤੇ ਨੇ ਸੈਕਟਰ 25 ਦੇ ਕ੍ਰਿਮੇਸ਼ਨ ਗਰਾਊਂਡ। ਤੁਸੀਂ ਇਹ ਤਸਵੀਰਾਂ ਸਾਡੇ ਤੱਕ ਪਹੁੰਚਾਉਂਦੇ ਰਹੋ, ਦਰਸ਼ਕਾਂ ਤੱਕ ਪਹੁੰਚਾਉਂਦੇ ਰਹੋ। ਸਾਡੀ ਕੋਸ਼ਿਸ਼ ਹੈ ਕਿ ਅੰਤਿਮ ਜਿਹੜੇ ਸਫ਼ਰ ਹੈ ਉਸ ਦੀਆਂ ਤਸਵੀਰਾਂ ਵੀ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਈਏ। ਮਹਾਨ ਸ਼ਖਸੀਅਤ ਦੁਨੀਆ ਤੋਂ ਗਈ ਹੈ, ਉਹਨਾਂ ਦੀ ਆਖਰੀ ਯਾਤਰਾ ਹੈ ਤੇ ਉਹਨਾਂ ਦੇ ਆਖਰੀ ਦਰਸ਼ਨ ਵੀ ਹਰ ਕੋਈ ਕਰਨਾ ਚਾਹੁੰਦਾ ਹੈ। ਕੋਵਿਡ ਪ੍ਰੋਟੋਕਾਲ ਨੂੰ ਧਿਆਨ ਦੇ ਵਿੱਚ ਰੱਖਿਆ ਗਿਆ, ਨਹੀਂ ਤਾਂ ਸ਼ਾਇਦ ਉੱਥੇ ਵੱਡੀ ਤਾਦਾਦ ਦੇ ਵਿੱਚ ਲੋਕ ਵੀ ਜੁਟੇ ਹੁੰਦੇ ਉਹਨਾਂ ਦੇ ਘਰ ਦੇ ਵਿੱਚ ਅੰਤਿਮ ਦਰਸ਼ਨਾਂ ਦੇ ਲਈ। ਖੈਰ ਉਹਨਾਂ ਦੀ ਆਖਰੀ ਯਾਤਰਾ
ਦੇ ਉੱਤੇ ਮਿਲਖਾ ਸਿੰਘ ਉਹਨਾਂ ਦੀ ਮ੍ਰਿਤਕ ਦੇ ਨਿਕਲ ਚੁੱਕੀ ਹੈ। ਸੈਕਟਰ 25 ਦੇ ਵਿੱਚ ਥੋੜੀ ਦੇਰ ਦੇ ਵਿੱਚ ਪਹੁੰਚਣਗੇ। ਅਸੀਂ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਨੇ ਆ। ਇਸ ਮਹਾ ਕਵਰੇਜ ਦੇ ਉੱਤੇ ਲਗਾਤਾਰ ਨਿਊਜ਼ 18 ਪੰਜਾਬ ਦੀ ਟੀਮ ਬਣੀ ਹੋਈ ਹੈ। ਤਸਵੀਰਾਂ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਛੋਟੇ ਜਿਹੇ ਬ੍ਰੇਕ ਲਈ ਰੁਕਨੇ ਆ। Establishes a new record timing of 46.1 seconds.